पासे हट जा, पासे हट जा। तेरी ड्यूटी अब होगी, तेरी ड्यूटी तेरे बाबू से मरनी नहीं है। ਕਹਿੰਦਾ ਇੰਨੇ ਸਾਲਾਂ ਤੋਂ ਤੁਸੀਂ ਕਿਉਂ ਨਹੀਂ ਬੋਲੇ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਸੀਗਾ? ਜਦੋਂ ਬੰਦਾ ਕੰਪਰੋਮਾਈਜ਼ਸ ਤੇ ਆਂਦਾ ਹੈ, ਮੈਂ ਆਪਣੇ ਕੰਪਰੋਮਾਈਜ਼ਸ ਇਸ ਘਰ ਨੂੰ ਬਹੁਤ ਦਿੱਤੇ ਨੇ। ਮੇਰੇ ਨਾਲ ਅਫੇਅਰ ਰਿਹਾ ਹੈ, ਛੋਟੇ ਹੁੰਦੇ ਤੋਂ ਦੇਖ ਰਹੇ, ਮੇਰੇ ਸਾਹਮਣੇ ਵੀ ਬਹੁਤ ਕੁਝ ਹੋ ਚੁੱਕਾ। ਬੱਚੇ ਨੂੰ ਤੁਸੀਂ ਪੁੱਛਿਆ ਕਿਉਂਕਿ ਮਾਂ ਦੇ ਨਾਲ ਬੇਟੇ ਦਾ ਬਹੁਤ ਪਿਆਰ ਹੁੰਦਾ ਹੈ। ਜਦੋਂ ਪੈਸਾ ਆ ਜਾਂਦਾ ਕਿਹੜੀ ਮਾਂ ਨਾਲ ਪਿਆਰ ਹੁੰਦਾ ਹੈ? ਤੁਸੀਂ ਵੀ ਇਸ ਦੁਨੀਆ 'ਚ ਰਹਿੰਦੇ ਹੋ, ਮੈਨੂੰ ਦੱਸ ਦਿਓ। ਜੇ ਪੁਲਿਸ ਵੀ ਕਾਊ ਆ, ਬੱਚੇ ਵੀ ਕਾਊ ਨਹੀਂ ਹੋ ਸਕਦੇ। ਰਿਸ਼ਤਾ ਉਹਦੇ ਵਿੱਚ ਫਿਰ ਕੋਈ ਵੀ ਨਹੀਂ ਆਂਦਾ ਕੈਟਾਗਰੀ 'ਚ ਜਦੋਂ ਇਨਸਾਨ ਹੀ ਵਿਕ ਜਾਂਦਾ ਹੈ। ਡੈਡ ਦੀ ਲਾਈਫ, ਉਹਨਾਂ ਦੀ ਲਾਈਫ ਬੜੀ ਭੈੜੀ ਸੀਗੀ, ਨਹੀਂ ਇਕੱਠੇ ਨਹੀਂ ਰਹਿ ਪਾਏ ਸੀਗੇ, ਅਲੱਗ ਵੀ ਨਹੀਂ ਰਹਿ ਪਾ ਰਹੇ ਸੀ। ਤੇ ਹੁਣ ਜਦੋਂ ਤੁਹਾਡੇ ਹਸਬੰਡ ਤੁਹਾਡੇ ਬੇਟੇ ਨੇ ਬਾਹਰ ਕੱਢ ਦਿੱਤਾ, ਤੁਹਾਡੀ ਬੇਟੀ ਹੀ ਤੁਹਾਡਾ ਸਾਥ ਦੇ ਰਹੀ ਹੈ, ਉਹ ਆਈ ਹੈ ਕਹਿਣ? ਨਹੀਂ, ਕੋਈ ਵੀ ਨਹੀਂ ਆਇਆ। ਉਹ ਆਪਣੇ ਸਸੁਰਾਲ ਹੈ, ਉਹਨਾਂ ਨੂੰ ਵੀ ਪੈਸੇ ਜਾ ਰਹੇ ਆ ਜੀ। ਦੇਖੋ ਕਿਉਂ ਨਹੀਂ, ਕਿਹਨੂੰ ਨਹੀਂ ਜ਼ਰੂਰਤ ਹੁੰਦੀ। ਹੁਣ ਵੀ ਇਹੀ ਕਹਿ ਕੱਢਿਆ, ਮੈਂ ਕਿਹਾ ਦੱਸੋ ਇਹਦਾ 15 ਬੰਦਿਆਂ ਦਾ ਚੱਕਰ ਹੈ ਜੀ। ਮੈਂ ਕਿਹਾ ਦੱਸੋ 15 ਬੰਦਿਆਂ ਦਾ ਚੱਕਰ, ਤੁਸੀਂ ਇੰਨੇ ਸਾਲ ਦੇ ਚੁੱਪ ਕਰਕੇ ਬੈਠੇ ਹੋ। ਜਿਹੜਾ ਤੁਸੀਂ ਹੁਣ ਇਹਨੂੰ ਆਹ ਕਹਿ ਕੇ ਭੇਜਿਆ ਵਾ, ਹੁਣ ਕੁੜੀ ਦੀ ਮੈਰਿਜ ਕਰ ਲਈ, ਹੁਣ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਯਾਦ ਆ ਗਈਆਂ। 27 ਸਾਲ 'ਚ ਮੈਂ ਘੱਟੋ ਘੱਟ 5 ਵਾਰੀ ਲੈ ਕੇ ਆ ਚੁੱਕਾ, ਰਾਤ ਨੂੰ 2:30 ਵਜੇ 1:30 ਵਜੇ ਇਦਾਂ ਕੱਢਦੇ ਨੇ ਲੜ ਕੇ। ਕੋਈ ਰਿਕਾਰਡਿੰਗ ਦੱਸਦੇ ਆ ਜਾਂ ਕੀ ਕਹਿੰਦੇ ਆ ਜਾਂ ਮੂੰਹ ਦੇ ਵਿੱਚ ਹੀ ਕਹਿ ਦਿੰਦੇ ਕੁਝ? ਬਸ ਇਹੀ ਵੀ ਇਹਦਾ ਕਿਸੇ ਨਾਲ ਚੱਕਰ ਹੈ, ਫਲਾਣੇ ਨਾਲ ਚੱਕਰ ਹੈ। ਮੈਂ ਕਿਹਾ ਤੁਸੀਂ ਕੋਈ ਪ੍ਰੂਫ ਦਿਓ, ਕੋਈ ਚੱਕਰ ਹੈ, ਕੋਈ ਉਹ ਕੁਛ ਨਹੀਂ ਹੈਗਾ ਇਹਨਾਂ ਕੋਲ। ਤੇ ਹੁਣ ਉਹਨਾਂ ਨੇ ਅਜਿਹਾ ਕੀ ਕਹਿ ਰਹੇ ਨੇ? ਕੋਈ ਤਲਾਕ ਮੰਗਦੇ ਪਏ ਨੇ ਜਾਂ ਕੁਝ ਕੀ ਕਹਿ ਰਹੇ ਨੇ? ਬਸ ਤੈਨੂੰ ਸੜਕ ਤੇ ਲਿਆਉਂਗਾ, ਇੱਕ ਵਾਰੀ ਨਾਨੀ ਯਾਦ ਕਰਾਉਂਗਾ, ਆ ਲਫ਼ਜ਼ ਨੇ ਉਹਨਾਂ ਦੇ। ਠੀਕ ਹੈ, ਲੜਕੀ ਦੇ ਬ੍ਰਦਰ ਨੇ ਉਹ ਕਹਿ ਰਹੇ ਨੇ ਕਿ ਕਰੈਕਟਰ ਤੇ ਸਵਾਲ ਉਠਾ ਰਹੇ ਤੁਹਾਡੀ ਬੇਟੀ ਦੇ। ਕਰੈਕਟਰ ਤੇ ਸਵਾਲ, ਐਲੀਗੇਸ਼ਨ ਆਪਣਾ ਉਹਦਾ ਕਰੈਕਟਰ ਠੀਕ ਨਹੀਂ। ਇੱਕ BA ਪੜ੍ਹੀ ਕੁੜੀ ਨੂੰ 40-40 ਹਜ਼ਾਰ ਰੁਪਏ ਸੈਲਰੀ ਦਿੰਦਾ ਇਹ। ਮੈਡਮ ਹਜੇ ਟੁੱਟਿਆ ਨਹੀਂ ਕੁਛ ਰਿਸ਼ਤਾ, ਸਮਝ ਗਿਆ? ਉਧਰ ਰੋਕ ਲੈਂਦਾ ਫਿਰ ਬਾਉ ਨੂੰ। ਚਲੋ ਆਓ, ਉੱਪਰ ਦੀ ਅੰਦਰ ਆਉਣਾ ਪਹਿਲਾਂ। ਚਲੋ ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅਨਵੀ ਮਾਜਰਾ। ਇਸ ਵੇਲੇ ਦੀ ਖਬਰ ਅਸੀਂ ਤੁਹਾਨੂੰ ਜੋ ਦਿਖਾਉਣ ਚਾਹੁੰਦੇ ਹਾਂ, ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈ ਕਿ ਇੱਕ ਔਰਤ ਹੈ ਆਪਣੇ ਹੀ ਘਰ ਦੇ ਬਾਹਰ ਟੈਂਟ ਲਾ ਕੇ ਬੈਠੀ ਹੋਈ ਹੈ। ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ, ਲੜਕੀ ਦਾ ਪੇਕਾ ਪਰਿਵਾਰ ਮੌਜੂਦ ਹੈ, ਲੜਕੀ ਵੀ ਮੌਜੂਦ ਹੈ ਉੱਥੇ। ਉਸਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਔਰਤ ਹੈ, 27 ਸਾਲ ਉਸਦੇ ਵਿਆਹ ਨੂੰ ਹੋ ਗਏ ਨੇ, 2 ਬੱਚੇ ਨੇ ਜਿਹੜੇ ਉਹ ਵਿਆਹ ਚੁੱਕੇ ਨੇ। 1.5 ਮਹੀਨਾ ਪਹਿਲੇ ਲੜਕੀ ਦਾ ਵਿਆਹ ਹੁੰਦਾ ਹੈ। ਅਚਾਨਕ ਅਜਿਹਾ ਕੀ ਹੋ ਜਾਂਦਾ ਹੈ ਜੋ ਉਸ ਆਪਣੇ ਹੀ ਘਰ ਦੇ ਬਾਹਰ ਧਰਨਾ ਲਗਾ ਕੇ ਬੈਠੀ ਹੈ। ਔਰਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਦੇ ਨਾਲ ਕੀ ਗੱਲਬਾਤ ਹੋ ਸਕੇ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕੱਢੇ ਗਿਆ ਬਾਹਰ, ਕੀ ਗੱਲਬਾਤ ਹੋ ਜਾਂਦੀ ਹੈ? ਪਿਛਲੇ 27 ਸਾਲ ਤੋਂ ਡਿਸਪਿਊਟ ਹੈਗੇ ਆ ਕਾਫੀ ਚੀਜ਼ਾਂ ਦੇ ਲੈ ਕੇ, ਲੇਕਿਨ ਹਰ ਵਾਰੀ ਕੰਪਰੋਮਾਈਜ਼ ਸਕਦੇ ਹੋ? ਨਹੀਂ, ਦੇ ਆਰ ਨਾਟ। ਨਹੀਂ, ਹੁਣ ਤੁਸੀਂ ਅੰਦਰ ਕਿਉਂ ਚਲੇ ਗਏ? ਪਹਿਲਾਂ ਬਾਹਰ ਸੀਗੇ। ਕਿ ਮੈਂ ਲੀਗਲ ਨੋਟਿਸ ਨਾਲ ਆਈ ਹਾਂ ਇਸ ਕਰਕੇ। ਠੀਕ ਹੈ। ਤੇ ਮੈਨੂੰ ਪੁਲਿਸ ਕੱਢ ਨਹੀਂ ਸਕੀ ਕਿਉਂਕਿ ਉਹਨਾਂ ਨੂੰ ਪਤਾ ਮੇਰੇ ਪੇਪਰ ਸਹੀ ਨੇ, ਲੇਕਿਨ ਪੁਲਿਸ ਹੁਣ ਸਾਥ ਨਹੀਂ ਦੇ ਰਹੀ ਔਰ ਮੈਨੂੰ ਅੰਦਰ ਘਰ ਦੇ ਐਂਟਰ ਨਹੀਂ ਹੋਣ ਦੇ ਰਹੀ। ਐਂਟਰ ਨਹੀਂ ਹੋਣ ਦਿੱਤੇ ਸਾਰੇ? Yes. ਕੀ ਗੱਲਬਾਤ, ਕੋਈ ਪਤਾ ਲੱਗੇ ਕੁਝ ਕਿਹਾ ਗਿਆ ਤੁਹਾਨੂੰ ਜਾਂ ਸ਼ੁਰੂ ਤੋਂ ਇੱਕਦਮ ਹੋ ਗਿਆ? ਨਹੀਂ ਜੀ, 27 ਸਾਲਾਂ ਤੋਂ ਹੀ ਪ੍ਰੋਬਲਮਸ ਨੇ ਵਿੱਚ ਦੀ, ਜਿਹਦੇ ਵਿੱਚ ਕੋਰਟਸ ਦੇ ਥਰੂ ਵੀ ਹੋਈਆਂ ਨੇ, ਕੁਝ ਰਿਸ਼ਤੇਦਾਰਾਂ ਦੇ ਥਰੂ ਵੀ ਕੰਪਰੋਮਾਈਜ਼ਸ ਹੋਏ ਨੇ। ਠੀਕ ਹੈ। ਸੋ ਐਵਰੀਥਿੰਗ ਆਈ ਹੈਵ ਅ ਸ਼ੁਰੂ ਤੋਂ ਇੱਦਾਂ ਰਿਹਾ? ਪ੍ਰੂਫ। ਯੈਸ। ਕਿੰਨੇ ਸਾਲ ਹੋ ਗਏ ਵਿਆਹ ਨੂੰ? 27 ਇਅਰਸ। ਬੱਚੇ ਤੁਹਾਡੇ? 2। ਦੋ। ਬੇਟੀ ਦੀ ਸ਼ਾਦੀ ਹੋ ਗਈ ਹੈ 1.5 ਮਹੀਨਾ ਹੁਣ ਪਹਿਲਾਂ। ਹੈਗੇ ਇੱਥੇ ਸਟਿਲ ਕੋਈ ਹੈਗਾ ਬੱਚਾ? ਬੇਟਾ ਇੱਥੇ ਹੈ ਔਰ ਬੇਟੀ ਆਪਣੇ ਸਸੁਰਾਲ ਹੈ। ਠੀਕ ਹੈ, ਬੇਟੇ ਨਾਲ ਵੀ ਗੱਲਬਾਤ ਕਰਾਂਗੇ। ਦੇਖੋ ਹੁਣ ਤੁਸੀਂ ਜਿਵੇਂ ਹੁਣ ਹੈਗੇ ਹੋ ਫਰੀडम ਦੇ ਵਿੱਚ ਹੈਗੇ, ਔਰਤ ਨੂੰ ਹੱਕ ਹੁੰਦਾ ਹੈ ਆਪਣੀ ਗੱਲ ਰੱਖਣ ਦਾ। ਇੰਨੇ ਸਾਲਾਂ ਤੋਂ ਤੁਸੀਂ ਕਿਉਂ ਨਹੀਂ ਬੋਲੇ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਸੀਗਾ? ਜਦੋਂ ਬੰਦਾ ਕੰਪਰੋਮਾਈਜ਼ਸ ਤੇ ਆਂਦਾ ਹੈ, ਮੈਂ ਆਪਣੇ ਕੰਪਰੋਮਾਈਜ਼ਸ ਇਸ ਘਰ ਨੂੰ ਬਹੁਤ ਦਿੱਤੇ ਨੇ। ਪੂਰੇ 27 ਸਾਲ ਮੈਂ ਆਪਣੇ ਘਰ ਨੂੰ ਦੇਖਿਆ ਆ ਅੱਛੀ ਤਰ੍ਹਾਂ, ਜੋ ਇੱਕ ਔਰਤ ਦਾ ਫਰਜ਼ ਹੁੰਦਾ ਆ। ਠੀਕ ਹੈ, ਉਹਦੇ ਵਿੱਚ ਬੱਚਿਆਂ ਦਾ ਦੇਖਣਾ, ਘਰ ਦਾ ਦੇਖਣਾ, ਰਿਸ਼ਤੇਦਾਰਾਂ ਨੂੰ ਦੇਖਣਾ, ਜਿਹਦੇ ਵਿੱਚ ਮੈਂ ਆਪਣੇ ਪੇਰੈਂਟਸ ਵੱਲੋਂ ਪੇਰੈਂਟਸ ਦੇ ਜੰਮੇ ਮਰਿਆਂ ਤੇ ਜਾਂ ਕਿਸੇ ਦੇ ਵਿਆਹਾਂ ਦੇ ਅਟੈਂਡ ਨਹੀਂ ਕੀਤਾ, ਜਸਟ ਬਿਕੋਜ਼ ਆਫ ਮੇਰੀ ਇਹ ਫੈਮਿਲੀ ਉਹ ਫੈਮਿਲੀ ਨੂੰ ਲਾਈਕ ਨਹੀਂ ਕਰਦੀ। ਕਿਉਂ ਨਹੀਂ ਸੀ ਕਰਦੀ? ਕੋਈ ਗੱਲਬਾਤ ਪਤਾ ਲੱਗੀ? ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਸਾਰੇ ਲੁਧਿਆਣੇ ਨੂੰ ਰੋਟੀ ਇਹ ਦਿੰਦੇ ਨੇ ਤੇ ਮੈਂ ਸ਼ਾਇਦ ਉਹਨਾਂ ਨੂੰ ਖਾਣ ਨੂੰ ਦਿੰਦੀ ਹਾਂ। ਠੀਕ ਹੈ। ਇਹ ਰੀਜ਼ਨ ਹੈ ਇੱਕ ਜਿਹੜਾ ਦਿਮਾਗ ਦੇ ਵਿੱਚ ਵੜਿਆ ਹੋਇਆ, ਤੇ ਸ਼ੱਕ ਨਾਲ ਮੈਂ ਕੋਈ ਇਲਾਜ ਕਰ ਨਹੀਂ ਤੁਹਾਡਾ ਪੇਕਾ ਸਕਦੀ। ਪਰਿਵਾਰ ਪੂਰ ਵੀਕ ਹੈ? ਨੋ, ਦੇ ਆਰ ਹੈਵਿੰਗ ਐਵਰੀਥਿੰਗ। ਮੈਂ ਅੱਜ ਇਹਨਾਂ ਤੋਂ ਥੋੜੇ ਥੱਲੇ ਆ, ਬਸ ਇਹ ਕਹਿ ਸਕਦੇ ਹੋ। ਹਾਂ, ਲੇਕਿਨ ਤੁਸੀਂ ਇਦਾਂ ਤਾਂ ਮੇਨਟੇਨ ਨਹੀਂ ਕਰ ਸਕਦੇ। ਹੀ ਇਜ਼ ਮਾਈ ਬ੍ਰਦਰ। ਠੀਕ ਹੈ, ਠੀਕ ਹੈ। ਤੇ ਹੁਣ ਸਾਰੇ ਆਪਣਾ ਆਪਣਾ ਖਾਂਦੇ ਆ, ਆਪਣਾ ਆਪਣਾ ਪਹਿਨਦੇ ਆ, ਆਪਣਾ ਆਪਣਾ ਉਹਨਾਂ ਕੋਲ ਸਾਰਾ ਆ। ਦੋਨੋਂ ਭਰਾਵਾਂ ਦੇ ਆਪਣੇ ਆਪਣੇ ਬਿਜ਼ਨਸ ਹੈ, ਇਹਦੇ ਵਿੱਚ ਤਾਂ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਮਤਲਬ ਇਹਨਾਂ ਨੇ ਕੱਢ ਦਿੱਤਾ ਹੈ ਘਰੋਂ ਬਾਹਰ, ਕਿਹਨੇ ਕੱਢਿਆ ਹੈ? ਕੋਈ ਸੱਸ ਸਹੁਰਾ, ਪਤੀ ਤੁਹਾਡਾ ਸਾਥ ਨਹੀਂ ਦਿੰਦਾ? ਕੌਣ ਹੈਗਾ? ਪਤੀ ਤੇ ਬੇਟੇ ਨੇ ਇਸ ਵਾਰੀ ਕੱਢਿਆ ਆ। ਪਤੀ ਤੇ ਬੇਟੇ ਨੇ ਕੱਢਿਆ। ਠੀਕ ਹੈ।
ਬੱਚਾ ਕਿੰਨੇ ਸਾਲ ਦਾ ਬੇਟਾ ਤੁਹਾਡਾ? 23 ਸਾਲ ਦਾ। 23 ਸਾਲ ਦਾ। ਤੇ ਤੁਸੀਂ ਮਤਲਬ ਜਿਵੇਂ ਹੁਣ ਕਹਿ ਲਓ ਪਰਿਵਾਰ ਦੇ ਵਿੱਚ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ, ਠੀਕ ਹੈ, ਕੁਝ ਗੱਲਾਂ ਸਮਾਜਿਕ ਤੌਰ ਤੇ ਅਸੀਂ ਨਹੀਂ ਰੱਖ ਸਕਦੇ। ਬੱਚੇ ਨੂੰ ਤੁਸੀਂ ਪੁੱਛਿਆ, ਕਿਉਂਕਿ ਮਾਂ ਦੇ ਨਾਲ ਬੇਟੇ ਦਾ ਬਹੁਤ ਪਿਆਰ ਹੁੰਦਾ ਹੈ। ਜਦੋਂ ਪੈਸਾ ਆ ਜਾਂਦਾ ਕਿਹੜੀ ਮਾਂ ਨਾਲ ਪਿਆਰ ਹੁੰਦਾ ਹੈ? ਤੁਸੀਂ ਵੀ ਇਸ ਦੁਨੀਆ 'ਚ ਰਹਿੰਦੇ ਹੋ, ਮੈਨੂੰ ਦੱਸ ਦਿਓ। ਠੀਕ ਹੈ, ਜੇ ਪੁਲਿਸ ਵੀ ਕਾਊ ਆ, ਬੱਚੇ ਵੀ ਕਾਊ ਨਹੀਂ ਹੋ ਸਕਦੇ। ਠੀਕ ਹੈ, ਇਨਸਾਨ ਤਾਂ ਸਾਰੇ ਉਹੀ ਹੈ ਨਾ, ਰਿਸ਼ਤੇ ਨੂੰ ਨਾ ਕੱਢ ਕੇ ਲੈ ਕੇ ਆਓ। ਠੀਕ ਹੈ। ਰਿਸ਼ਤਾ ਉਹਦੇ ਵਿੱਚ ਫਿਰ ਕੋਈ ਵੀ ਨਹੀਂ ਆਂਦਾ ਕੈਟਾਗਰੀ ਸੀ, ਜਦੋਂ ਇਨਸਾਨ ਹੀ ਵਿਕ ਜਾਂਦਾ ਹੈ। ਇਲਜ਼ਾਮ ਲਗਾਉਂਦੇ ਆ ਜੀ। ਕੱਲ ਹੋਈ ਹੈ ਤੁਹਾਡੇ ਨਾਲ ਇਹ ਘਟਨਾ ਜਾਂ ਅੱਜ ਸਵੇਰੇ? 1 ਤਰੀਕ 1 ਸਤੰਬਰ ਨੂੰ ਕਦੋਂ ਹੋਈ। ਤੋਂ ਬੈਠੇ ਹੋ ਤੁਸੀਂ ਘਰ ਦੇ ਬਾਹਰ? ਮੈਂ ਅੱਜ ਤੋਂ ਬੈਠੀ ਹਾਂ, ਅੱਜ ਆਈ ਹਾਂ ਕਿਉਂਕਿ ਲੀਗਲ ਪ੍ਰੋਪਰ ਤਰੀਕੇ ਨਾਲ ਮੈਂ ਨੋਟਿਸ ਲੈ ਕੇ ਆ ਗਈ ਹਾਂ। ਤੇ ਲੀਗਲ ਤਰੀਕੇ ਦੇ ਵਿੱਚ ਇਹਨਾਂ ਨੇ ਮੈਨੂੰ ਨਹੀਂ ਐਂਟਰ ਹੋਣ ਦਿੱਤਾ, ਪੁਲਿਸ ਸਾਥ ਨਹੀਂ ਦੇ ਰਹੀ, ਇਸ ਕਰਕੇ ਮੈਂ ਅੱਜ ਤੋਂ ਇੱਥੇ ਧਰਨਾ ਮਾਰ ਰਹੀ। ਤੇ ਹੁਣ ਜਿਵੇਂ 27 ਤੁਸੀਂ ਕਹਿ ਰਹੇ ਹੋ 27 ਸਾਲਾਂ ਤੋਂ ਪਰੇਸ਼ਾਨ ਹੋ, ਤੰਗ ਹੋ, ਤੁਹਾਨੂੰ ਕਰਦੇ ਪਏ ਨੇ, ਤੇ ਹੁਣ ਜਦੋਂ ਤੁਹਾਡੇ ਹਸਬੰਡ ਤੁਹਾਡੇ ਬੇਟੇ ਨੇ ਬਾਹਰ ਕੱਢ ਦਿੱਤਾ, ਤੁਹਾਡੀ ਬੇਟੀ ਹੀ ਤੁਹਾਡਾ ਸਾਥ ਦੇ ਰਹੀ ਹੈ, ਉਹ ਆਈ ਹੈ ਕਹਿਣ? ਨਹੀਂ, ਕੋਈ ਵੀ ਨਹੀਂ ਆਇਆ। ਉਹ ਆਪਣੇ ਸਸੁਰਾਲ ਹੈ, ਠੀਕ ਹੈ, ਉਹਨਾਂ ਨੂੰ ਵੀ ਪੈਸੇ ਜਾ ਰਹੇ ਆ ਜੀ। ਦੇਖੋ ਕਿਉਂ ਨਹੀਂ, ਕਿਹਨੂੰ ਨਹੀਂ ਜ਼ਰੂਰਤ ਹੁੰਦੀ। ਠੀਕ ਹੈ। ਉਹਨੇ ਵੀ ਬਾਹਰ ਸੈੱਟ ਹੋਣਾ ਆਪਣੇ ਹਸਬੰਡ ਨਾਲ, ਤੇ ਹੀ ਇਜ਼ ਦਾ ਮੇਨ ਬੰਦਾ ਜਿਹਨੇ ਸੈੱਟ ਕਰਨਾ ਹੈ। ਐਸਾ ਇੱਕ ਅਲੱਗ ਚੀਜ਼ ਹੁੰਦੀ ਹੈ ਮੈਮ, ਇੱਕ ਫੀਲਿੰਗ ਹੁੰਦੀ ਹੈ, ਇੱਕ ਰਿਸ਼ਤਾ ਹੁੰਦਾ ਹੈ, ਬੌਂਡਿੰਗ ਹੁੰਦੀ ਹੈ। ਤੁਹਾਡੀ ਬੱਚਿਆਂ ਦੇ ਨਾਲ ਬੌਂਡਿੰਗ ਇੱਕਦਮ ਐਵੇਂ ਕਿਵੇਂ ਟੁੱਟ ਗਈ? ਪੈਸਾ ਇੱਕਦਮ ਆ ਗਿਆ? ਇੱਕਦਮ ਤਾਂ ਨਹੀਂ ਟੁੱਟੀ। ਜੇ ਗੇਮ ਪਲਾਨ ਹੋਇਆ ਆ ਤੇ 1.5 ਮਹੀਨਾ ਪਹਿਲਾਂ ਸ਼ਾਦੀ ਦੀਆਂ ਤੁਸੀਂ ਵੀ ਮੂਵੀਜ਼ ਦੇਖ ਲਓ, ਉਹਦੇ ਵਿੱਚ ਬੌਂਡਿੰਗ ਹੈਗੀ ਹੈ ਕਿ ਨਹੀਂ ਹੈਗੀ, ਚੈੱਕ ਕਰੋ ਤੁਸੀਂ, ਫਿਰ ਫਾਈਂਡ ਆਊਟ। ਤੇ ਹੁਣ ਤੁਹਾਡਾ ਸਹੁਰਾ ਪਰਿਵਾਰ ਕੀ ਕਹਿ ਰਿਹਾ? ਮੇਰਾ ਸਹੁਰੇ ਪਰਿਵਾਰ ਨਾਲ ਮੇਰੀ ਕੋਈ ਗੱਲ ਨਹੀਂ ਹੋਈ। ਹੌਲੀ ਸੌਲੀ ਗੱਲ ਮੇਰੀ ਮੇਰੇ ਹਸਬੰਡ ਨਾਲ ਚੱਲ ਰਹੀ ਹੈ, ਤੇ ਜਾਂ ਮੇਰਾ ਬੇਟਾ ਲੜ ਰਿਹਾ। ਉਹ ਆਈ ਨਹੀਂ ਰਹੇ ਸਾਹਮਣੇ, ਅੰਦਰ ਡਰ ਕੇ ਬੈਠੇ ਹੋਏ ਆ। ਤੁਹਾਡੇ ਬੇਟੇ ਨੂੰ ਕੈਮਰਾ ਉਧਰ ਨੂੰ ਕਰੀ। ਹਾਂਜੀ ਸਰ, ਕੀ ਨਾਮ ਹੈ ਉਹਨਾਂ ਦਾ? ਕੀ ਨਾਮ ਹੈ ਮੈਮ? ਮਾਹੀ? ਸਾਹਿਲ, ਕੀ ਤੁਸੀਂ ਆ ਸਕਦੇ ਹੋ? ਐਕਸਕਿਊਜ਼ ਮੀ। ਦੇਖੋ ਤੁਸੀਂ ਪਹਿਲਾਂ ਇਸ਼ਾਰੇ ਕਰਦੇ ਪਏ ਸੀ, ਜੇ ਤੁਸੀਂ ਆਪਣੀ ਗੱਲ ਅੱਗੇ ਰੱਖੋਗੇ ਤਾਂ ਹੀ ਉਹ ਸੱਚੇ ਬਣ ਸਕਦੇ ਹੋ। ਜੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ, ਤੁਸੀਂ ਸਾਹਮਣੇ ਆ ਕੇ ਬੋਲ ਸਕਦੇ ਹੋ, ਆਪਣਾ ਪੱਖ ਰੱਖ ਸਕਦੇ ਹੋ, ਕਿਉਂਕਿ ਫਿਰ ਤੁਸੀਂ ਮੀਡੀਆ ਨੂੰ ਕਹੋਗੇ ਕਿ ਇੱਕ ਪੱਖ ਚਲਾ ਰਹੇ ਹੋ। ਆਪਣਾ ਪੱਖ ਅੱਗੇ ਰੱਖੋ ਤਾਂ ਜੋ ਦੋਨੀ ਗੱਲਾਂ ਨੇ ਉਹ ਸਾਫ਼ ਹੋ ਸਕਣ। ਤੁਸੀਂ ਦੇਖ ਸਕਦੇ ਹੋ ਕਿ ਪੀੜਤ ਲੇਡੀ ਹੈਗੀ ਹੈ ਜਿਹੜੇ ਉਹ ਇਸ ਵੇਲੇ ਬੈਠੇ ਹੋਏ ਨੇ, ਪੁਲਿਸ ਵੀ ਅੰਦਰ ਹੈਗੀ। ਪਹਿਲਾਂ ਉਹ ਟੈਂਟ ਦੇ ਬਾਹਰ ਬੈਠੇ ਹੋਏ ਸੀਗੇ, ਤੇ ਉਹਨਾਂ ਦੇ ਜਿਹੜੇ ਬੇਟੇ ਨੇ ਸਾਹਿਲ, ਉਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਕਿ ਤੁਸੀਂ ਆਪਣੀ ਜਿਹੜੀ ਗੱਲ ਹੈਗੀ ਆ ਉਹ ਅੱਗੇ ਆ ਕੇ ਰੱਖੋ, ਪਰ ਉਹ ਜਿਹੜੇ ਆਵਾਜ਼ ਨਹੀਂ ਸੁਣ ਰਹੇ। ਤੇ ਇਹ ਉਹਨਾਂ ਦੇ ਬੇਟੇ ਨੇ, ਇਹ ਤੁਸੀਂ ਦੇਖ ਸਕਦੇ ਹੋ। ਸਾਹਿਲ, ਤੁਸੀਂ ਗੱਲ ਰੱਖੋਗੇ ਅੱਗੇ ਆਪਣੀ? ਠੀਕ ਹੈ। ਕਹਿੰਦੇ 2 ਮਿੰਟ ਦੇ ਰਹੇ ਨੇ, ਤੇ ਨਾਲ ਨਾ ਜਿਹੜੇ ਬ੍ਰਦਰ ਨੇ ਲੜਕੀ ਦੇ, ਮੈਮ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ 1 ਮਿੰਟ, ਕੀ ਗੱਲਬਾਤ ਹੁੰਦੀ ਹੈ? ਤੁਹਾਡੀ ਭੈਣ ਨੇ ਤੁਹਾਨੂੰ ਪਹਿਲਾਂ ਸ਼ੁਰੂ ਤੋਂ ਕੁਝ ਦੱਸਿਆ? ਮੈਡਮ 27 ਸਾਲ ਚ ਮੈਂ ਘੱਟੋ ਘੱਟ 5 ਵਾਰੀ ਲੈ ਕੇ ਆ ਚੁੱਕਾ। ਰਾਤ ਨੂੰ 2:30 ਵਜੇ 1:30 ਵਜੇ ਇਦਾਂ ਕੱਢਦੇ ਨੇ ਲੜ ਕੇ। ਠੀਕ ਹੈ। ਮਾਰਕੁੱਟ ਵੀ ਕਰਦੇ ਆ? ਮਾਰਕੁੱਟ ਵੀ ਕਰਦੇ ਆ, ਫਿਰ ਉਹਦੇ ਤੇ ਕਰੈਕਟਰ ਤੇ ਵੀ ਉਂਗਲੀ ਉਛਾਲਦੇ ਆ। ਜਦ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ, ਉਹ ਪ੍ਰੂਫ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਇਹਨਾਂ ਕੋਲ। ਕੀ ਗੱਲਾਂ ਬਾਤਾਂ, ਕੋਈ ਰਿਕਾਰਡਿੰਗ ਦੱਸਦੇ ਆ ਜਾਂ ਕੀ ਕਹਿੰਦੇ ਆ, ਜਾਂ ਮੂੰਹ ਦੇ ਵਿੱਚ ਹੀ ਕਹਿ ਦਿੰਦੇ ਕੁਝ? ਬਸ ਇਹੀ ਵੀ ਇਹਦਾ ਕਿਸੇ ਨਾਲ ਚੱਕਰ ਹੈ, ਫਲਾਣੇ ਨਾਲ ਚੱਕਰ ਹੈ। ਮੈਂ ਕਿਹਾ ਤੁਸੀਂ ਕੋਈ ਪ੍ਰੂਫ ਦਿਓ, ਕੋਈ ਚੱਕਰ ਹੈ, ਕੋਈ ਉਹ ਕੁਝ ਨਹੀਂ ਹੈਗਾ ਇਹਨਾਂ ਕੋਲ। ਠੀਕ ਹੈ। ਹੁਣ ਵੀ ਇਹੀ ਕਹਿ ਕੱਢਿਆ, ਮੈਂ ਕਿਹਾ ਦੱਸੋ ਇਹਦਾ 15 ਬੰਦਿਆਂ ਦਾ ਚੱਕਰ ਹੈ ਜੀ। ਮੈਂ ਕਿਹਾ ਦੱਸੋ 15 ਬੰਦਿਆਂ ਦਾ ਚੱਕਰ, ਤੁਸੀਂ ਇੰਨੇ ਸਾਲ ਦੇ ਚੁੱਪ ਕਰਕੇ ਬੈਠੇ ਹੋ। ਠੀਕ ਹੈ। ਜਿਹੜਾ ਤੁਸੀਂ ਹੁਣ ਇਹਨੂੰ ਆਹ ਕਹਿ ਕੇ ਭੇਜਿਆ ਵਾ, ਹੁਣ ਕੁੜੀ ਦੀ ਮੈਰਿਜ ਕਰ ਲਈ ਆ, ਹੁਣ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਯਾਦ ਆ ਗਈਆਂ। ਨਹੀਂ, 27 ਸਾਲ ਦੇਖੋ ਬਹੁਤ ਲੰਮਾ ਸਮਾਂ ਹੁੰਦਾ ਹੈਗੇ, ਤੇ ਇੰਨੇ ਸਾਲ ਕੱਢਣ ਤੋਂ ਬਾਅਦ ਹੁਣ ਉਹਨਾਂ ਨੇ ਅਜਿਹਾ ਕੀ ਕਹਿ ਰਹੇ ਨੇ? ਕੋਈ ਤਲਾਕ ਮੰਗਦੇ ਪਏ ਨੇ ਜਾਂ ਕੁਝ ਕੀ ਕਹਿ ਰਹੇ ਨੇ? ਬਸ ਤੈਨੂੰ ਸੜਕ ਤੇ ਲਿਆਉਂਗਾ, ਇੱਕ ਵਾਰੀ ਨਾਨੀ ਯਾਦ ਕਰਾਉਂਗਾ, ਆ ਲਫ਼ਜ਼ ਨੇ ਉਹਨਾਂ ਦੇ। ਠੀਕ ਹੈ ਜੀ। ਮੈਂ ਕਿ ਠੀਕ ਹੈ, ਨਹੀਂ ਰਹਿਣਾ ਤੁਸੀਂ, ਉਹਦਾ ਜੋ ਬੰਦਾ ਹੱਕ ਹੈ ਉਹਨੂੰ ਦਿਓ। ਇਹ ਉਹਨਾਂ ਦਾ ਘਰ ਹੈਗਾ ਵਾ, ਸਹੁਰਾ ਘਰ ਹੈਗਾ ਤੁਹਾਡਾ? ਪੇਕਾ ਘਰ ਕਿੱਥੇ ਇਹਨਾਂ ਦਾ? ਇਹ ਗਿੱਲ ਰੋਡ ਤੇ ਹੈ ਜੀ, ਸਾਈਕਲ ਮਾਰਕੀਟ ਦੇ। ਹੁਣ ਤੁਸੀਂ ਸਾਰਾ ਪਰਿਵਾਰ ਆਪਣੀ ਬੇਟੀ ਦਾ ਸਾਥ ਦੇਣ ਆਏ ਹੋ ਉੱਥੇ, ਤੇ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੁੰਦੀ ਹੈ? ਕੁਝ ਕਹਿ ਰਹੇ ਪੁਲਿਸ ਪ੍ਰਸ਼ਾਸਨ ਕੋਈ ਜਵਾਬ ਨਹੀਂ ਦੇ ਰਹੀ ਸਹੀ ਤਰੀਕੇ ਨਾਲ। ਹੁਣ ਉਹਨਾਂ ਨੂੰ ਜਦੋਂ ਤੁਸੀਂ ਆਏ ਹੋ, ਹੁਣ ਲੱਗੇ ਆਪਣਾ ਕੰਮ ਕਰਨ। ਹੁਣ ਪੇਪਰ ਮੰਗ ਰਹੇ ਆ, ਕਹਿੰਦੇ ਅੰਦਰ ਵਾੜਦੇ ਆ, ਦੇਖਦੇ ਆ ਕਿੰਨੀ ਦੇਰ ਚ ਵਾੜਦੇ ਆ। ਸਵੇਰ ਦਾ ਤਾਂ ਉਹਨਾਂ ਨੇ ਇੱਕ ਨਹੀਂ ਸੁਣੀ ਸਾਡੀ। ਤਸਵੀਰਾਂ ਦੇਖ ਸਕਦੇ ਹੋ, ਔਰਤ ਜਿਹੜੀ ਹੈਗੀ ਹੈ ਜਿਹੜੀ ਦੁਖੀ ਹੈਗੀ ਹੈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ? ਕੀ ਤੋਂ ਇਹ ਮੰਗ ਕਰਦੇ ਆ, ਜੋ ਉਹਦਾ ਰਾਈਟ ਹੈ, ਜੋ ਉਹਦਾ ਹੱਕ ਹੈ, ਉਹਨੂੰ ਦਿੱਤਾ ਜਾਵੇ। ਚਾਹੇ ਉਹਦੇ ਹਸਬੰਡ ਨੇ ਜਾਂ ਦੋਨਾਂ ਨੇ ਨਹੀਂ ਆਪਸ ਚ ਰਹਿਣਾ, ਤਾਂ ਵੀ ਉਹਦਾ ਜੋ ਹੱਕ ਹੈ ਉਹਨੂੰ ਦਿੱਤਾ ਜਾਵੇ। ਠੀਕ ਹੈ। ਤੇ ਜਿਹੜੇ ਤੁਹਾਡੇ ਭਾਂਜਾ ਨੇ ਜਾਂ ਭਾਂਜੀ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ? ਹੋਈ ਹੈ ਇੰਨੇ ਦਿਨ ਦਾ, ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੂੰ ਮੈਂ ਵੀ ਉਦੋਂ ਵੀ ਇਹਨਾਂ ਨੂੰ 10 ਦਿਨ ਤੋਂ ਇਹੀ ਕਿਹਾ ਵੀ ਟੇਬਲ ਤੇ ਬਹਿ ਕੇ ਗੱਲ ਕਰ ਲਓ ਜਿਹੜੀ ਕਰਨੀ ਹੈ, ਪਰ ਨਹੀਂ। ਪਰਸੋਂ ਸਾਡੇ ਤੇ ਕੇਸ ਕਰਤਾ ਵੀ ਅਸੀਂ ਉਹਨਾਂ ਦਾ ਘਰ ਦਬ ਕੇ ਬੈਠੇ ਆ, ਖੁਦ ਬੈਠੇ ਆ ਅੰਦਰ ਨਾਲੇ। ਇਹਨਾਂ ਦੇ ਹਸਬੰਡ ਕੀ ਕੰਮ ਕਰਦੇ ਆ ਤੁਹਾਡੇ ਜੀ? ਰਿਪੋਰਟਰ ਨੇ ਜੀ। ਹੁਣ ਇਸ ਵੇਲੇ ਘਰ 'ਚ ਮੌਜੂਦ ਨੇ? ਘਰ ਦੇ ਅੰਦਰ ਹੀ ਨੇ, ਬਾਹਰ ਨਹੀਂ ਆ ਰਹੇ ਹੁਣ। ਹਾਂਜੀ। ਕੀ ਉਹਨਾਂ ਨਾਲ ਗੱਲਬਾਤ ਹੋਈ ਹੈ? ਉਹਨਾਂ ਨੇ ਕੁਝ ਕਿਹਾ ਤੁਹਾਨੂੰ? ਕੋਈ ਗੱਲ ਨਹੀਂ ਹੋਈ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ। ਹੁਣ ਠੀਕ ਹੈ। ਘਰੋਂ ਕਦੋਂ ਕੱਢਿਆ ਇਹਨਾਂ ਨੂੰ? 1 ਤਰੀਕ ਨੂੰ ਰਾਤ ਨੂੰ ਲੈ ਕੇ ਗਿਆ ਤੁਸੀਂ ਲੈ ਗਏ ਹੋ? ਮੈਂ ਘਰੋਂ ਲੈ ਕੇ ਗਿਆ ਨੂੰ 1 ਤਰੀਕ ਰਾਤ ਨੂੰ। ਹਾਂਜੀ। ਉਸ ਤੋਂ ਬਾਅਦ ਮੈਂ ਸਮਾਨ ਚੱਕਣ ਵੀ ਆਇਆ, ਉਦੋਂ ਵੀ ਇਹਨਾਂ ਨੇ ਮਿਸਬਿਹੇਵ ਕੀਤਾ, ਤੇ ਹੁਣ ਇਹਨੂੰ ਮੈਂ ਲੈ ਕੇ ਆਇਆ ਕੋਰਟ ਦੇ ਥਰੂ, ਯਾਨੀ ਲੈ ਕੇ ਪੇਪਰ ਲੈ ਕੇ, ਸਟੇ ਆਰਡਰ ਲੈ ਕੇ ਉਹਨੂੰ ਲੈ ਕੇ ਆਇਆ ਘਰ। ਠੀਕ ਹੈ। ਹਾਂਜੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਇਹ
ਮੈਮ ਦੇ ਬ੍ਰਦਰ ਨੇ ਤੇ ਇਹਨਾਂ ਮੈਂ ਕਿਹਾ ਮਾਹੌਲ ਥੋੜਾ ਸ਼ਾਂਤ ਹੋ ਜਾਏਗਾ, ਇਸ ਲਈ ਮੈਂ ਇਹਨੂੰ ਘਰ ਲੈ ਗਿਆ ਸੀ ਨਾਲ, ਵੀ 2-4 ਦਿਨ ਉਧਰ ਰਹਿ। ਪਰ ਉਸ ਤੋਂ ਬਾਅਦ ਇਹਨਾਂ ਨੇ ਕੇਸ ਕਰ, ਇਹ ਕਰ, ਬਿਨਾਂ ਗੱਲ ਦੇ ਝੂਠੇ ਇਲਜ਼ਾਮ। ਕੇਸ ਉਹਨਾਂ ਨੇ ਕੀਤੇ ਆ? ਪਹਿਲਾਂ ਉਹਨਾਂ ਨੇ ਕੀਤਾ, ਪੁਲਿਸ ਵੀ ਉਹਨਾਂ ਨੇ ਬੁਲਾਈ ਸੀ, ਅਸੀਂ ਨਹੀਂ ਕਿਸੇ ਨੂੰ ਬੁਲਾਇਆ। ਠੀਕ ਹੈ, ਉਹਨਾਂ ਨੇ ਕੀ ਕੇਸ ਕੀਤਾ? ਉਹਨਾਂ ਨੇ ਕੇਸ ਇਹ ਕੀਤਾ ਵੀ ਆ ਜਿਹੜਾ ਮਕਾਨ ਹੈ ਇਹਨਾਂ ਦੇ ਫਾਦਰ ਤੋਂ ਕਰਾਇਆ, ਵੀ ਉਹ ਨਾਰਵੇ 'ਚ ਬੈਠੇ ਨੇ, ਵੀ ਅਸੀਂ ਇਹਨੂੰ ਦੱਬਿਆ ਹੋਇਆ, ਵੀ ਮੇਰੇ ਪੇਰੈਂਟਸ ਨੇ, ਮੈਂ ਤੇ ਮੇਰੀ ਭੈਣ ਨੇ ਇਹਨੂੰ ਦਬਾ ਕੇ ਬੈਠੇ ਆ, ਵੀ ਮੈਨੂੰ ਇਹਦੇ 'ਚੋਂ ਖਾਲੀ ਕੀਤਾ ਜਾਵੇ ਜਾਂ ਕੁਝ ਵੀ ਹੈ। ਠੀਕ ਹੈ, ਤੁਸੀਂ ਇੱਥੇ ਰਹਿ ਰਹੇ ਸੀ ਪਹਿਲਾਂ? ਅਸੀਂ ਥੋੜੀ ਰਹਿ ਰਹੇ ਸੀ, ਬੇਟੀ ਰਹਿ ਰਹੀ। ਝੂਠੀ ਮੂਠੀ ਮਤਲਬ ਝੂਠਾ ਕੇਸ ਹੈ, ਨੂੰਹ ਨੇ ਤਾਂ ਇੱਥੇ ਹੀ ਰਹਿਣਾ ਨਾ, ਅਸੀਂ ਥੋੜੀ ਰਹਿਣਾ। ਠੀਕ ਹੈ। ਹਾਂ, ਪੂਰੀ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਲੈਨਿੰਗ ਕਰਕੇ ਇੱਥੋਂ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਵੱਡੀਆਂ ਜਿਹੜੀਆਂ ਦਲੀਲਾਂ ਨੇ ਦਿੱਤੀਆਂ ਗਈਆਂ ਨੇ, ਝੂਠ ਬੋਲਿਆ ਗਿਆ ਹੈ ਤੇ ਉਸ ਵੇਲੇ ਔਰਤ ਖੜੀ ਹੈਗੀ ਹੈ, ਜਿਹੜਾ ਇਹਨਾਂ ਦਾ ਬੇਟਾ ਹੈਗਾ ਸਾਹਿਲ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦੂਜਾ ਪੱਖ ਵੀ ਅੱਗੇ ਰੱਖਿਆ ਜਾਵੇ, ਕਿਉਂਕਿ ਇੱਕ ਪੱਖ ਅਸੀਂ ਸੁਣਿਆ ਵਾ, ਦੂਜਾ ਪੱਖ ਰੱਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਬੇਟਾ ਹੈਗਾ ਸਾਹਿਲ ਉਹ ਇੱਥੇ ਘੁੰਮਦਾ ਪਿਆ ਹੈ ਤੇ ਉਹਨਾਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਆਪਣੀ ਗੱਲ ਰੱਖਣੀ ਹੈ, ਕਿਉਂਕਿ ਦੇਖੋ ਇੱਕ ਪੱਖ ਨੇ ਖੁੱਲ੍ਹੇ ਤੌਰ ਤੇ ਆਪਣੀ ਗੱਲ ਰੱਖੀ ਹੈ ਕਿ ਮੈਨੂੰ ਇੱਦਾਂ ਬਾਹਰ ਕੱਢਦੇ ਪਏ ਨੇ, ਮੇਰੇ ਨਾਲ ਇੱਦਾਂ ਅਬਿਊਜ਼ ਕਰਦੇ ਪਏ ਨੇ, ਮੈਨੂੰ ਕੁੱਟਦੇ ਪਏ ਨੇ, ਮਾਰਦੇ ਪਏ ਨੇ। ਲੜਕੀ ਦੇ ਪੇਰੈਂਟਸ ਵੀ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਗੱਲਬਾਤ ਹੈਗੀ ਹੈ, ਕੀ ਤੁਹਾਨੂੰ ਕਹਿੰਦੇ ਨੇ। ਠੀਕ ਹੈ ਸਰ, ਕੀ ਗੱਲਬਾਤ ਤੁਹਾਨੂੰ ਕਹਿ ਰਹੇ ਨੇ ਕਿ ਤੁਹਾਡੀ ਬੇਟੀ ਨੂੰ ਇਹਨਾਂ ਨੇ ਘਰੋਂ ਬਾਹਰ ਕੱਢਤਾ? ਮੇਰੀ ਬਿਟਿਆ NRI ਪਾਸਪੋਰਟ ਹੋਲਡਰ ਹੈ, ਰੈੱਡ ਪਾਸਪੋਰਟ, 27 ਸਾਲ ਮੈਰਿਜ ਨੂੰ ਹੋ ਗਏ। ਬਾਹਰ ਰਹਿੰਦੇ ਸੀ, ਫੌਰਨ ਗਏ ਨੇ? ਹਾਂ, ਫੌਰਨ ਰਹਿੰਦੇ ਜੀ, ਫੌਰਨ ਆਉਂਦੇ ਜਾਂਦੇ ਸੀਗੇ। ਠੀਕ ਹੈ। ਇਹ 15 ਦੇ ਵਿੱਚ ਵੀ ਲੜਾਈ ਹੋਈ ਸੀ ਇਹਨਾਂ ਦੀ ਨਾਰਵੇ। ਇਹ ਉੱਥੋਂ ਆਪਣਾ ਬਿਜ਼ਨਸ ਸਾਰਾ ਬਾਈਂਡ ਅਪ ਕਰਕੇ ਭੱਜਿਆ ਆ ਇੱਥੇ, ਕਿਉਂਕਿ ਹਵਾਲੇ ਦਾ ਕੰਮ ਕਰਦਾ ਸੀ। ਇਧਰੋਂ ਆਪੇ ਮਾਲ ਭੇਜਣਾ, ਆਪ ਹੀ ਉਧਰ ਮੰਗਾ ਲੈਣਾ, ਮੈਕਸਿਮਮ ਰੇਟ ਤੇ ਵੇਚਣਾ। ਜਦੋਂ ਕੁੜੀ ਨੇ ਇਹ ਕਿਹਾ ਵੀ ਤੂੰ ਮੇਰੇ ਨਾਲ ਲੜਨਾ ਨਹੀਂ ਤਾਂ ਮੈਂ ਤੇਰੀ ਕੰਪਲੇਂਟ ਨਾਰਵੇ ਗਵਰਨਮੈਂਟ ਨੂੰ ਕਰ ਦੂੰ, ਇਹ ਰਾਤੋਂ ਰਾਤ ਹੀ ਇੰਡੀਆ ਭੱਜਿਆ ਆ। ਮਾਰਦੇ ਕੁੱਟਦੇ ਸੀ ਜਾਂ ਕੋਈ ਗੱਲ? ਮਾਰਦੇ ਕੁੱਟੇ, ਮਾਰ ਕੇ ਰਾਤੋਂ ਰਾਤ ਪਹਿਲੀ ਫਲਾਈਟ ਵਾਪਸ ਆ ਗਿਆ, ਮੁੜ ਕੇ ਇਹ ਨਾਰਵੇ ਨਹੀਂ ਵੜਿਆ ਹਜੇ ਤੱਕ। ਠੀਕ ਹੈ, ਉਹਨਾਂ ਦਾ ਤੁਹਾਡੇ ਜਿਹੜੇ ਬੇਟਾ ਨੇ, ਠੀਕ ਹੈ, ਲੜਕੀ ਦੇ ਬ੍ਰਦਰ ਨੇ, ਉਹ ਕਹਿ ਰਹੇ ਨੇ ਕਿ ਕਰੈਕਟਰ ਤੇ ਸਵਾਲ ਉਠਾ ਰਹੇ ਤੁਹਾਡੀ ਬੇਟੀ ਤੇ। ਕਰੈਕਟਰ ਤੇ ਸਵਾਲ, ਐਲੀਗੇਸ਼ਨ, ਆਪਣਾ ਉਹਦਾ ਕਰੈਕਟਰ ਠੀਕ ਨਹੀਂ। ਇੱਕ BA ਪੜ੍ਹੀ ਕੁੜੀ ਨੂੰ 40-40 ਹਜ਼ਾਰ ਰੁਪਏ ਸੈਲਰੀ ਦਿੰਦਾ ਇਹ ਫੈਕਟਰੀ ਦੇ ਵਿੱਚ, 50 ਕੁੜੀਆਂ ਰੱਖੀਆਂ ਹੋਈਆਂ ਨੇ। ਕਿੱਥੇ ਫੈਕਟਰੀ ਇਹਨਾਂ ਦੀ ਇੱਥੇ? ਸਾਕਸ਼ੀ ਇੰਟਰਨੈਸ਼ਨਲ ਈਸ਼ਰਨਗਰ, ਸਾਕਸ਼ੀ ਇੰਪੈਕਸ ਟਿੱਬਾ, ਸਾਹਨੇਵਾਲ ਦੇ ਅੰਡਰ ਆਉਂਦੀ ਹੈ, ਸੋਮਾਸਰ ਗੁਰਦੁਆਰਾ ਸਾਹਿਬ ਦੇ ਪਿੱਛੇ। ਠੀਕ ਹੈ, ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਇੱਥੇ ਟੈਂਟ ਤੇ ਤੁਸੀਂ ਕਿੰਨਾ ਟਾਈਮ ਬੈਠੇ ਰਹੋਗੇ? ਮੰਗ ਕਰਦੇ ਆ ਵੀ 1 ਤਰੀਕ ਰਾਤ ਨੂੰ ਕੱਢਿਆ, ਅਸੀਂ 2-4 ਦਿਨ ਵੇਟ ਕਰਨ ਤੋਂ ਬਾਅਦ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ। ਅਸੀਂ ਸੋਚਦੇ ਸੀ ਵੀ ਕੋਈ ਰਿਸ਼ਤੇਦਾਰ ਵੀ ਕੋਈ ਆ ਕੇ ਸਾਡੇ ਨਾਲ ਗੱਲ ਕਰੇਗਾ, ਜਦੋਂ ਦੇਖਿਆ ਵੀ ਕੋਈ ਗੱਲ ਨਹੀਂ ਕਰ ਰਿਹਾ, ਪੁਲਿਸ ਦੀ ਕੋਈ ਸੁਣਵਾਈ ਨਹੀਂ ਹੋਈ ਸਾਡੀ, ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ। ਬਾ UID ਨੰਬਰ ਮਿਲ ਗਿਆ ਐਪਲੀਕੇਸ਼ਨ ਦਾ। ਉਸ ਤੋਂ ਬਾਅਦ ਅਸੀਂ ਦੁਖੀ ਹੋ ਕੇ ਕੋਰਟ ਦੇ ਵਿੱਚ ਗਏ। 24 ਤਰੀਕ ਨੂੰ ਕੋਰਟ ਦੇ 22 ਤਰੀਕ ਨੂੰ ਇਹ ਗਏ, ਸਟੇ ਲੈ ਕੇ ਆਏ। ਇਹਨਾਂ ਦੀ ਸਟੇ ਦੇ ਵਿੱਚ ਜੱਜ ਸਾਹਿਬ ਨੇ ਕਲੀਅਰ ਲਿਖਤਾ ਵੀ ਮੈਟਰੀਮੋਨੀਅਲ ਮੈਟਰ 'ਚ ਮੇਰਾ ਸਟੇ ਕੋਈ ਲਾਈ ਨਹੀਂ ਕਰਦਾ। ਠੀਕ ਹੈ ਸਰ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਰ ਗੱਲ ਉਹਨਾਂ ਨੇ ਦੱਸੀ, ਜਿਵੇਂ ਹੁਣ 27 ਸਾਲਾਂ ਤੋਂ ਤੁਹਾਡੀ ਬੇਟੀ ਉਹ ਕਹਿ ਰਹੀ ਹੈ ਕਿ ਮੈਂ ਪਰੇਸ਼ਾਨ ਹੈਗੀ ਆ, ਮੈਨੂੰ ਪੇਕੇ ਨਹੀਂ ਆਉਣ ਦਿੱਤਾ ਜਾ ਰਿਹਾ, ਮੈਨੂੰ ਤੇ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਕਿਉਂ ਨਹੀਂ ਦਿੱਤੀ? ਜੇ ਫੈਸਲਾ ਕੀਤਾ ਵੀ ਹੈ 5-7 ਵਾਰੀ ਬੁਲਾ ਕੇ, ਤਾਂ ਪੁਲਿਸ ਦੇ ਸਾਹਮਣੇ ਕਿਉਂ ਨਹੀਂ ਕੀਤਾ? ਬੇਟਾ ਅਸੀਂ ਤਾਂ ਨਹੀਂ ਦਿੱਤਾ ਵੀ ਧੀਆਂ ਦਾ ਕੰਮ ਹੈ, ਚਲੋ ਅਗਲਾ ਸੌਰੀ ਫੀਲ ਕਰਦਾ ਵਾ, ਹੋਰ ਅਸੀਂ ਕੀ ਲੈਣਾ ਰਿਟਨ ਮਾਫੀ ਮੰਗਵਾ ਕੇ। ਅਸੀਂ ਸਿਰਫ ਇੱਕ ਲੜਕੀ ਦਾ ਬਾਪ ਹੋਣ ਨਾਤੇ ਵੀ ਚਲੋ ਸਾਡੀ ਧੀ ਬਸਦੀ ਆ, ਬਸੀ ਜਾਏ। ਦੋਤੀ ਵੀ ਨਹੀਂ ਸਾਥ ਦੇ ਨਾ, ਉਹ ਵੀ ਨਹੀਂ ਦੇ ਰਹੇ। ਦੋਤੀ ਨੇ ਤਾਂ ਧੋਖੇ ਨਾਲ ਕੋਠੀ ਵੀ ਆਪਣੇ ਨਾਮ ਕਰਵਾ ਲਈ ਐਜ਼ ਅ ਗਿਫਟ, ਜਿਹੜੀ ਨਾਰਵੇ ਸੀਗੀ। 8 ਕਰੋੜ ਰੁਪਏ ਦੀ ਆ ਉਹਦੀ ਵੈਲਿਊ ਅੱਜ, ਇੰਡੀਅਨ ਕਰੰਸੀ 1 ਕਰੋੜ ਹੈ, ਉਹ ਉੱਥੇ ਦੀ 1 ਕਰੋੜ, ਸੌਰੀ ਇੰਡੀਆ ਦਾ 8 ਕਰੋੜ। ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਘਰ ਦੇ ਬਾਹਰ ਅਸੀਂ ਖੜੇ ਹਾਂ। ਟੈਂਟ ਜੋ ਲੱਗਿਆ ਹੋਇਆ ਹੈ, ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਔਰਤ ਦੇ ਵੱਲੋਂ ਲਗਾਇਆ ਗਿਆ। ਇਹ ਉਹਨਾਂ ਦਾ ਘਰ ਹੈਗਾ ਵਾ। ਘਰ ਦੇ ਬਾਹਰ ਜਦੋਂ ਔਰਤ ਨੂੰ ਕੱਢ ਦਿੱਤਾ ਜਾਂਦਾ ਤਾਂ ਘਰ ਦੇ ਬਾਹਰ ਹੀ ਟੈਂਟ ਲਗਾ ਲਿਆ ਜਾਂਦਾ ਹੈ। ਬਾਦਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ। ਇੱਕ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਲੜਕਾ ਹੈਗਾ ਸਾਹਿਲ, ਕੀ ਪਤਾ ਉਸ ਦੇ ਨਾਲ ਦੁਬਾਰਾ ਗੱਲਬਾਤ ਹੋ ਸਕੇ, ਦੁਬਾਰਾ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਵੇ ਤਾਂ ਪਤਾ ਲੱਗੇ ਕਿ ਸੱਚ ਕੀ ਹੈ। ਸਾਹਿਲ, ਤੁਸੀਂ ਆਪਣਾ ਪੱਖ ਅੱਗੇ ਰੱਖੋਗੇ? ਲਾਸਟ ਟਾਈਮ ਪੁੱਛ ਰਹੀ ਹਾਂ। ਠੀਕ ਹੈ, ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਬਾਤ ਜੋ ਹੈਗੀ ਹੈ ਉਹਨਾਂ ਦੇ ਨਾਲ ਹੋ ਸਕੇ। ਠੀਕ ਹੈ, ਤੇ ਉਹਨਾਂ ਦੇ ਜਿਹੜਾ ਬੇਟਾ ਹੈ, ਔਰਤ ਦਾ ਜਿਹੜਾ ਬੇਟਾ ਹੈਗਾ ਸਾਹਿਲ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਠੀਕ ਹੈ, ਐਕਸਟਰਾ ਮੈਰਿਟਲ ਅਫੇਅਰ ਰਿਹਾ ਹੈ, ਛੋਟੇ ਹੁੰਦੇ ਤੋਂ ਦੇਖ ਰਹੇ, ਮੇਰੇ ਸਾਹਮਣੇ ਵੀ ਬਹੁਤ ਕੁਝ ਹੋ ਚੁੱਕਾ। ਠੀਕ ਹੈ ਜੀ, ਤੇ ਹੁਣ ਜਦੋਂ ਪੁਲਿਸ ਤੋਂ ਆਪਾਂ ਫੋਨ ਕੀਤਾ ਸੀਗਾ ਮਹੀਨੇ ਪਹਿਲਾਂ
ਕਿਉਂਕਿ ਚਾਕੂ ਚੁੱਕੂ ਕੱਢ ਲਿਆ ਸੀ। ਸ਼ੀ ਵਾਸ ਅਟੈਂਪਟਿੰਗ ਟੂ ਡੂ ਅ ਸੁਸਾਈਡ ਔਰ ਅਦਰਵਾਈਜ਼ ਸ਼ੀ ਵੁੱਡ ਹੈਵ ਕਿਲਡ ਅਸ অর ਡੂ ਸਮਥਿੰਗ ਟੂ ਨਹੀਂ ਅਸ। ਤੁਸੀਂ ਇੰਨੇ ਟਾਈਮ ਤੋਂ ਹੁਣ ਕਹਿ ਰਹੇ ਹੋ ਕਿ ਤੁਹਾਡੀ ਮਦਰ ਦਾ ਐਕਸਟਰਾ ਮੈਰਿਟਲ ਅਫੇਅਰ ਰਿਹਾ ਹੈ, ਠੀਕ ਹੈ, ਤੁਸੀਂ ਦੇਖਿਆ ਤੇ ਉਹ 4 ਸਾਲ 5 ਸਾਲ ਪਹਿਲਾਂ ਦੀ ਸੈਪਰੇਸ਼ਨ ਵੀ ਹੋਈ ਹੈ। ਸ਼ੀ ਫਾਈਲਡ ਫॉर ਇਟ, ਫਾਈਲ ਕਰਤਾ। ਉਸ ਤੋਂ ਬਾਅਦ ਡੈਡ ਦੀ ਲਾਈਫ ਨੂੰ, ਉਹਨਾਂ ਦੀ ਲਾਈਫ ਬੜੀ ਭੈੜੀ ਸੀਗੀ, ਨਹੀਂ ਇਕੱਠੇ ਨਹੀਂ ਰਹਿ ਪਾਏ ਸੀਗੇ, ਅਲੱਗ ਵੀ ਨਹੀਂ ਰਹਿ ਪਾ ਰਹੇ ਸੀ। ਅਲੱਗ ਇਹਨਾਂ ਨੇ ਫਾਈਲ ਆਪਣੇ ਕੋਰਟ 'ਚ ਲੈ ਕੇ ਗਏ ਆ। ਕਿੰਨੇ ਸਾਲ ਪਹਿਲਾਂ? ਆਈ ਥਿੰਕ 2016-17 ਦੀ ਗੱਲ ਹੈ। ਤੇ ਉਸ ਟਾਈਮ ਤੇ ਇਹਨਾਂ ਦਾ ਬਸ ਕੁਛ ਨਹੀਂ ਚੱਲਿਆ ਕੋਰਟ, ਬਿਕੋਜ਼ ਦੇ ਡੋਨਟ ਹੈਵ ਐਨੀ ਐਵੀਡੈਂਸ, ਨਥਿੰਗ ਐਟ ਆਲ। ਵੀ ਹੈਵ ਆਲ ਦੀ ਐਵੀਡੈਂਸਸ ਦੈਟ ਸ਼ੀ ਹੈਵ ਡਨ ਆਲ ਥੀਸ ਐਕਟਸ, ਰਾਈਟ? ਸਾਰੇ ਐਵੀਡੈਂਸ ਹੈਗੇ ਨੇ। ਉਹ ਮੈਡਮ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕੋਰਟ 'ਚ ਹੀ ਇਹ ਚੀਜ਼ਾਂ ਚੱਲਣੀਆਂ ਨੇ। ਦੈਟਸ ਵਾਈ ਦੇ ਕੇਮ ਇਨਸਾਈਡ ਦਾ ਹਾਊਸ ਵੈਰੀ ਬਰੂਟਲੀ, because they don't have any other option, nothing at all, so that they can file something against us, right, inside the house. That's it. ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਕੁਛ ਨਹੀਂ ਮੰਗਿਆ ਜੀ ਆਪਾਂ ਨੂੰ, ਬਸ ਥੋੜਾ ਸਾਹ ਲੈਣ ਦਿਓ। ਇੱਦਾਂ ਦੇ ਇੱਕਦਮ ਭੈੜ ਝਾੜ ਬੜਾ ਕੁਝ ਹੋ ਚੁੱਕਾ ਹੈ। ਹਾਂ ਬਸ ਸਾਹ ਲੈਣ ਦਿਓ ਬਸ ਮੈਡਮ। ਦੇਖੋ ਤੁਸੀਂ ਦੇਖ ਸਕਦੇ ਹੋ ਜੋ ਲੜਕਾ ਹੈਗਾ ਮੈਮ ਦਾ ਬੇਟਾ, ਜੋ ਔਰਤ ਦਾ ਬੇਟਾ ਹੈਗਾ, ਉਸ ਦਾ ਕਹਿਣਾ ਇਹ ਹੈਗਾ ਕਿ ਮੇਰੀ ਮਦਰ ਦਾ ਅਫੇਅਰ ਜੋ ਹੈ ਰਹਿ ਚੁੱਕਿਆ ਹੈ ਅਤੇ 4 ਸਾਲ ਅਲੱਗ ਵੀ ਰਹੇ ਨੇ। ਉਸ ਤੋਂ ਬਾਅਦ ਜੋ ਹੈ ਉਸ ਤੋਂ ਬਾਅਦ ਇਹਨਾਂ ਨੇ ਜੋ ਪ੍ਰਕਿਰਿਆ ਕੀਤੀ ਹੈਗੀ ਹੈ, ਕਿਉਂਕਿ ਉਸ ਦਿਨ ਇਹਨਾਂ ਦੇ ਇੱਕ ਪੱਖ ਦਾ ਕਹਿਣਾ ਹੈਗਾ ਕਿ ਸਾਡੀ ਬੇਟੀ ਨੂੰ ਬਾਹਰ ਕੱਢਿਆ ਗਿਆ। ਲੜਕੇ ਦਾ ਕਹਿਣਾ ਹੈ ਕਿ ਉਸ ਵੇਲੇ ਤਾਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਇੱਥੋਂ ਲੈ ਜਾਓ ਕਿਉਂਕਿ ਉਹ ਸੁਸਾਈਡ ਅਟੈਂਪਟ ਕਰ ਰਹੇ ਸੀ। ਦੋਵੇਂ ਪੱਖ ਅਸੀਂ ਤੁਹਾਡੇ ਸਾਹਮਣੇ ਰੱਖੇ। ਸੱਚਾਈ ਕੀ ਹੈ ਕੋਰਟ ਦੇ ਵਿੱਚ ਪੇਸ਼ ਹੋਵੇਗੀ। ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਪ੍ਰਸ਼ਾਸਨ ਕੀ ਨਿਚੋੜ ਕੱਢਦੀ ਹੈ, ਕੀ ਕਾਰਵਾਈ ਕਰਦੀ ਹੈ, ਕੌਣ ਸੱਚਾ ਹੈ ਕੌਣ ਝੂਠਾ ਹੈ, ਆਉਣ ਵਾਲਾ ਸਮਾਂ ਦੱਸੇਗਾ। ਤਾਜ਼ਾ ਤੇ ਨਵੀਂ ਅਪਡੇਟ ਲੈਣ ਦੇ ਲਈ ਬਣੇ ਰਹੋ ਬ੍ਰੇਕਿੰਗ ਨਿਊਜ਼ ਪੰਜਾਬ ਦੇ ਨਾਲ। ਹੁਣ ਮੈਨੂੰ ਯਾਨੀ ਕਿ ਐਨਵੀ ਮਾਜਰਨ ਦੋ ਇਜਾਜ਼ਤ, ਕੈਮਰਾ ਪਰਸਨ ਬਾਦਲ ਦੇ ਨਾਲ ਬ੍ਰੇਕਿੰਗ ਨਿਊਜ਼ ਲੁਧਿਆਣਾ। ਕੁਗਰੀ ਦਾ ਕੀ ਮਾਮਲਾ ਹੈਗਾ ਜੀ? ਫੈਮਿਲੀ ਡਿਸਪਿਊਟ ਹੈ, ਉਹ ਇਹਨਾਂ ਦਾ ਆਪਸ ਵਿੱਚ ਮੀਆਂ ਬੀਬੀ ਦਾ, ਤੇ ਉਹਦੇ ਕਰਕੇ ਇਹਨਾਂ ਦਾ ਝਗੜਾ ਹੈਗਾ। ਥੋੜਾ ਜਿਹਾ ਉਹ ਬਸ ਬੈਠ ਕੇ ਗੱਲ ਕਰਾ ਰਹੇ, ਠੀਕ ਹੋ ਜਾਊਗਾ। ਪਰ ਸਰ ਉਹ ਕਹਿੰਦੇ ਸਾਡੇ ਕੋਲ ਸਟੇ ਆਰਡਰ ਹੈ ਕਿ ਧਮਕਾਇਆ ਜਾ ਰਿਹਾ, ਲੜਕੀ ਵੱਲੋਂ ਕਿਹਾ ਜਾ ਰਿਹਾ। ਲੜਕੀ ਨਹੀਂ ਹੈ, ਵੂਮਨ ਹੈ, ਬੱਚੇ ਵਿਆਹੇ ਹੋਏ ਆ, ਵੱਡੇ ਆ, ਥੋੜਾ ਜਿਹਾ ਆਪਣੀ ਫੈਮਿਲੀ ਬੈਠੂਗੀ ਤਾਂ ਠੀਕ ਹੋ ਜਾਊਗਾ। ਕੀ ਲੱਗਦਾ ਹੁਣ ਕਿ ਜਿਹੜੇ ਕੋਰਟ ਦੇ ਆਰਡਰ ਹੈ ਠੀਕ ਹੋ ਜਾਏਗਾ? ਕੁਛ ਨਹੀਂ ਹੈ, ਉਹ ਉਹਨਾਂ ਨੇ ਕੋਰਟ ਨੇ ਕਿਹਾ ਵੀ ਇਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਉਹ ਪਹਿਲਾਂ ਉਹਨਾਂ ਨੇ ਸਟੇ ਲਿਆ ਸੀ, ਘਰ ਨਾ ਆਵੇ। रूहानी ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ। ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।